ਸਤਿ ਸ਼੍ਰੀ ਅਕਾਲ ਜੀ। ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਨਾਰਥ ਅਮਰੀਕਾ ਨਿਊਜ਼ ਦੇ ਵਿੱਚ। ਮੈਂ ਹਾਂ ਤੁਹਾਡੇ ਨਾਲ ਮਨਦੀਪ ਕੌਰ ਖਾਲਸਾ। ਸ਼ੁਰੂਆਤ ਵਿੱਚ ਇੱਕ ਨਜ਼ਰ ਮਾਰ ਲੈਂਦੇ ਹਾਂ ਹੁਣ ਤੱਕ ਦੀਆਂ ਖਾਸ ਖਬਰਾਂ ਤੇ। ਕੈਨੇਡਾ ਦੀ 에ਅਰ ਫੋਰਸ ਦਾ ਇੱਕ ਜਹਾਜ਼ ਰਿਹਾਇਸ਼ੀ ਖੇਤਰ ਵਿੱਚ ਕ੍ਰੈਸ਼। ਹਾਦਸੇ ਵਿੱਚ ਇੱਕ ਪਾਇਲਟ ਦੀ ਮੌਤ, ਇੱਕ ਹੋਰ ਕਰੂ ਮੈਂਬਰ ਜ਼ਖਮੀ। ਕੈਨੇਡਾ ਵਿੱਚ ਕੋਵਿਡ-19 ਵਿਰੁੱਧ ਜੰਗ ਲੜ ਰਹੇ ਲੋਕਾਂ ਨੂੰ ਸਲਾਮ ਕਰਨ ਲਈ ਉਡਾਏ ਗਏ ਸਨ ਜੈਟ। ਖਾਲਸਾ ਏਡ ਵੱਲੋਂ ਕੋਵਿਡ-19 ਦੀ ਔਖੀ ਘੜੀ ਵਿੱਚ ਦੁਨੀਆ ਭਰ ਵਿੱਚ ਚਲਾਏ ਜਾ ਰਹੇ ਨੇ ਲੰਗਰ। ਵੀਕਐਂਡ ਤੇ ਵਿਲੀਅਮ ਔਸਲਰ ਹੈਲਥ ਸਿਸਟਮ ਦੇ ਫਰੰਟਲਾਈਨ ਵਰਕਰਾਂ ਲਈ ਪਹੁੰਚਾਏ ਗਏ 1000 ਮੀਲਸ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੋਵਿਡ ਸੰਕਟ ਤੇ ਕੀਤੀ ਗਈ ਗੱਲਬਾਤ। ਅਮਰੀਕਾ ਭਾਰਤ ਨੂੰ ਭੇਜਣ ਜਾ ਰਿਹਾ ਹੈ ਵੈਂਟੀਲੇਟਰ। ਅਮਰੀਕਾ ਦੇ ਉੱਤਰੀ ਕੈਰੋਲੀਨਾ ਤੱਟ ਕੋਲ ਪਹੁੰਚਿਆ ਤੂਫਾਨ ਆਰਥਰ। ਰਾਸ਼ਟਰੀ ਤੂਫਾਨ ਕੇਂਦਰ ਨੇ ਉੱਤਰੀ ਕੈਰੋਲੀਨਾ ਦੇ ਬਾਹਰੀ ਤੱਟ ਤੇ ਆਉਣ ਵਾਲੇ ਤੂਫਾਨ ਦੇ ਟਕਰਾਉਣ ਬਾਰੇ ਚੇਤਾਵਨੀ ਕੀਤੀ ਜਾਰੀ। ਤੇ ਹੁਣ ਖਬਰਾਂ ਵਿਸਥਾਰ ਨਾਲ। ਕੈਨੇਡਾ ਦੀ 에ਅਰ ਫੋਰਸ ਦਾ ਇੱਕ ਜਹਾਜ਼ ਰਿਹਾਇਸ਼ੀ ਖੇਤਰ ਵਿੱਚ ਕ੍ਰੈਸ਼ ਹੋ ਗਿਆ ਹੈ। ਇਸ ਹਾਦਸੇ ਵਿੱਚ ਇੱਕ ਪਾਇਲਟ ਦੀ ਮੌਤ ਹੋਣ ਦੀ ਖਬਰ ਹੈ, ਜਦਕਿ ਇੱਕ ਹੋਰ ਕਰੂ ਮੈਂਬਰ ਜ਼ਖਮੀ ਦੱਸਿਆ ਜਾ ਰਿਹਾ ਹੈ। ਇਹ ਜੈਟ ਕੈਨੇਡਾ ਵਿੱਚ ਕੋਵਿਡ-19 ਵਿਰੁੱਧ ਜੰਗ ਲੜ ਰਹੇ ਲੋਕਾਂ ਨੂੰ ਸਲਾਮ ਕਰਨ ਲਈ ਉਡਾਏ ਗਏ ਸਨ। ਅਚਾਨਕ ਇਹਨਾਂ ਵਿੱਚੋਂ ਇੱਕ ਜਹਾਜ਼ ਕ੍ਰੈਸ਼ ਹੋ ਗਿਆ ਅਤੇ ਇੱਕ ਘਰ ਨਾਲ ਜਾ ਟਕਰਾਇਆ। ਜਹਾਜ਼ ਜਿਵੇਂ ਹੀ ਕ੍ਰੈਸ਼ ਹੋ ਕੇ ਹੇਠਾਂ ਵੱਲ ਡਿੱਗਿਆ, ਇੱਕ ਪਾਇਲਟ ਉਸ ਵਿੱਚੋਂ ਨਿਕਲਣ ਵਿੱਚ ਸਫਲ ਰਿਹਾ, ਜੋ ਫਿਲਹਾਲ ਜ਼ਖਮੀ ਹੈ। ਕੈਨੇਡੀਅਨ ਸਨੋਬਰਡਸ ਜਨਤਾ ਲਈ ਹਵਾ ਵਿੱਚ ਸਟੰਟ ਕਰ ਰਹੇ ਸਨ। ਇੱਥੇ ਦੱਸ ਦਈਏ ਕਿ ਅਧਿਕਾਰਤ ਤੌਰ ਤੇ 431 에ਅਰ ਪ੍ਰਦਰਸ਼ਨ ਸਕੁਐਡਰਨ ਦੇ ਰੂਪ ਵਿੱਚ ਜਾਣਿਆ ਜਾਣ ਵਾਲਾ ਸਨੋਬਾਈਬਰਡਸ ਰਾਇਲ ਕੈਨੇਡੀਅਨ 에ਅਰ ਫੋਰਸ ਦਾ ਮਿਲਟਰੀ ਏਰੋਬੈਟਿਕਸ ਦਾ 에ਅਰ ਸ਼ੋਅ ਫਲਾਈਟ ਪ੍ਰਦਰਸ਼ਨ ਹੈ। ਜਹਾਜ਼ ਉਡਾਣ ਭਰਨ ਦੇ ਕੁਝ ਦੇਰ ਬਾਅਦ ਹੀ ਕ੍ਰੈਸ਼ ਹੋਇਆ। ਮਾਮਲੇ ਵਿੱਚ ਰਾਇਲ ਕੈਨੇਡੀਅਨ 에ਅਰ ਫੋਰਸ ਨੇ ਕਿਹਾ ਹੈ ਕਿ ਇਹ ਦੱਸਦੇ ਹੋਏ ਸਾਨੂੰ ਦੁੱਖ ਹੋ ਰਿਹਾ ਹੈ ਕਿ ਅਸੀਂ CF ਸਨੋਬਰਡਸ ਟੀਮ ਦਾ ਇੱਕ ਮੈਂਬਰ ਗਵਾ ਦਿੱਤਾ ਹੈ ਤੇ ਇੱਕ ਜ਼ਖਮੀ ਹੈ। ਜ਼ਖਮੀ ਪਾਇਲਟ ਦੀ ਹਾਲਤ ਸਥਿਰ ਹੈ। ਇਸ ਘਟਨਾ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ। ਖਾਲਸਾ ਏਡ ਸੰਸਥਾ ਵੱਲੋਂ ਹਮੇਸ਼ਾ ਹੀ ਮਨੁੱਖਤਾ ਦੀ ਭਲਾਈ ਦਾ ਕੰਮ ਕੀਤਾ ਜਾਂਦਾ ਹੈ। ਕੋਵਿਡ-19 ਦੀ ਇਸ ਔਖੀ ਘੜੀ ਵਿੱਚ ਵੀ ਇਸ ਸੰਸਥਾ ਵੱਲੋਂ ਲਗਾਤਾਰ ਦੁਨੀਆ ਭਰ ਵਿੱਚ ਲੰਗਰ ਚਲਾਏ ਜਾ ਰਹੇ ਨੇ ਅਤੇ ਫਰੰਟ ਲਾਈਨ ਵਰਕਰਾਂ ਤੱਕ ਜ਼ਰੂਰੀ ਸਮਾਨ ਵੀ ਪੁੱਜਦਾ ਕੀਤਾ ਜਾ ਰਿਹਾ ਹੈ। ਖਾਲਸਾ ਏਡ ਕੈਨੇਡਾ ਵੱਲੋਂ ਵੀਕਐਂਡ ਤੇ ਵਿਲੀਅਮ ਔਸਲਰ ਹੈਲਥ ਸਿਸਟਮ ਦੇ ਫਰੰਟ ਲਾਈਨ ਵਰਕਰਸ ਦੇ ਲਈ 1000 ਮੀਲਸ ਪੁੱਜਦੇ ਕੀਤੇ ਗਏ। ਪੀਲ ਮੈਮੋਰੀਅਲ ਹਸਪਤਾਲ ਦੇ ਸਟਾਫ ਨੂੰ ਮੀਲਸ ਦੇਣ ਸਮੇਂ ਮੇਅਰ ਪੈਟਰਿਕ ਬਰਾਊਨ, ਸਿਟੀ ਕਾਉਂਸਲਰ ਗੁਰਪ੍ਰੀਤ ਢਿੱਲੋਂ, MPP ਸਾਰਾ ਸਿੰਘ ਅਤੇ ਗੁਰਰਤਨ ਸਿੰਘ ਹਾਜ਼ਰ ਸਨ। To Khalsa Aid for their incredible generosity. This charitable organization continues to step up during the pandemic, and I have to say 1,000 meals to Osler Health System this weekend, that is such an act of love and appreciation to our frontline workers that are doing so much. So on behalf of the City of Brampton, thank you Khalsa Aid. Peel Memorial Hospital पहुंचे हैं। It's part of the William Osler Health Centre ਤੇ ਖਾਲਸਾ ਏਡ ਕੈਨੇਡਾ ਦਾ ਧੰਨਵਾਦ ਕਰਦਾ। ਇਹਨਾਂ ਨੇ 1000 ਮੀਲ ਡਿਲੀਵਰ ਕਰਨੇ ਆਪਣੇ ਫਰੰਟ ਲਾਈਨ ਵਰਕਰਸ ਨੂੰ। So Khalsa Aid is everywhere, all across the world, helping the needy, helping those vulnerable, members of the vulnerable population. And so frontline workers are risking their lives in the COVID-19 pandemic, and this is a great way to say thanks to them. And as always, we're so grateful and so thankful for all the work that Khalsa Aid does, especially here in Canada. Hi there, Councillor Paul Vicente from the City of Brampton in Wards 1 and 5. We're here with members of Council and Mayor Patrick Brown to say thank you to all the volunteers, to all the staff at Khalsa Aid for the generous time that you give to the community here in Brampton. Thank you for recognizing our frontline healthcare workers and for bringing lunches here to them here at Peel Memorial. Thank you for everything. Thank you to everyone at Khalsa Aid for delivering 1,000 meals across the Peel region and here at Peel Memorial. Keep up the great work, everyone. ਮਿਸੀਸਾਗਾ ਸਟ੍ਰੀਟਸਵਿਲ ਤੋਂ MPP ਨੀਨਾ ਤਾਂਗੜੀ ਵੱਲੋਂ ਫੈਡਰੇਸ਼ਨ ਆਫ ਪੁਰਤਗੀਜ਼ ਕੈਨੇਡਾ ਬਿਜ਼ਨਸ ਪ੍ਰੋਫੈਸ਼ਨਲਜ਼ ਦੇ ਨੁਮਾਇੰਦਿਆਂ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ ਗਈ, ਜਿੱਥੇ ਉਹਨਾਂ ਪ੍ਰੀਮੀਅਰ ਫੋਰਡ ਸਰਕਾਰ ਵੱਲੋਂ ਬਿਜ਼ਨਸ ਅਦਾਰਿਆਂ ਲਈ ਚੁੱਕੇ ਕਦਮਾਂ ਦੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਫੈਡਰਲ ਸਰਕਾਰ ਦੀ ਸਹਾਇਤਾ ਨਾਲ ਵੀ ਓਨਟਾਰੀਓ ਸਰਕਾਰ ਵੱਲੋਂ ਆਰਥਿਕ ਤੌਰ ਤੇ ਬਿਜ਼ਨਸ ਕਮਿਊਨਿਟੀ ਨੂੰ ਰਾਹਤ ਦਿੱਤੀ ਗਈ ਹੈ। The number one priority of our government, and I think I can say for all levels of government, is the health and safety of our communities. However, as we think about the real long-term impacts of the COVID-19 outbreak, we also need to ensure we are prepared once the state of emergency is lifted so that people can safely and confidently participate in local life again. Over the past months, people and businesses have done their part to contain this virus, but as we all see, the impacts of the following public health advice comes at a cost to our families, to our workers, businesses, and of course to our communities. Ontario was very swift in introducing supports for businesses and community members. On March 24th, our government introduced Ontario's action plan to fight COVID-19, where we committed $17 billion in support
10 billion of that in cash flow through tax relief and other deferrals. We allowed businesses to defer about almost $2 billion in WSIB premiums, and we provided municipalities the option to defer property tax payments by deferring municipal remittance of the education property tax to the province. That was about another 1.8 billion in relief. And we provided another 6 billion in relief through a penalty and interest-free period applied to select taxes like gas tax, tobacco tax, employer health tax. And for this year alone, the employer health tax exemption was raised first from the 490,000 of remuneration now to $1 million. So this affects and supports over 57,000 employers. We've been working closely with the federal government to support their programs as well, such as the joint Ontario-Canada Emergency Commercial Rent Assistance Program. ਡਾਇਬੀਟੀਜ਼ ਕੈਨੇਡਾ ਦੇ ਵਿੱਚ ਇੱਕ ਵੱਡੀ ਬਿਮਾਰੀ ਬਣ ਚੁੱਕੀ ਹੈ। ਕੋਵਿਡ-19 ਦੇ ਸਮੇਂ ਵਿੱਚ ਇਸ ਬਿਮਾਰੀ ਨਾਲ ਜੂਝ ਰਹੇ ਲੋਕਾਂ ਦੀ ਮਾਨਸਿਕ ਸਮੱਸਿਆ ਵੱਧ ਜਾਂਦੀ ਹੈ ਤੇ ਉਹ ਸਿਹਤ ਸਹਾਇਤਾ ਨੂੰ ਲੈ ਕੇ ਤਣਾਅ ਵਿੱਚ ਵੀ ਰਹਿੰਦੇ ਨੇ। ਇਸ ਮੁੱਦੇ ਤੇ ਲਗਾਤਾਰ ਕੰਮ ਕਰਨ ਵਾਲੇ ਬ੍ਰੈਂਪਟਨ ਸਾਊਥ ਤੋਂ MP ਸੋਨੀਆ ਸਿੱਧੂ ਵੱਲੋਂ ਕੈਨੇਡਾ ਹੈਲਥ ਕਮੇਟੀ ਦੀ ਮੀਟਿੰਗ ਵਿੱਚ ਹਿੱਸਾ ਲਿਆ ਗਿਆ। ਉਹਨਾਂ ਡਾਇਬੀਟੀਜ਼ ਅਤੇ ਮੈਂਟਲ ਹੈਲਥ ਨੂੰ ਲੈ ਕੇ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਨ ਲਈ ਜਾਰੀ ਕੀਤੇ ਵਰਚੁਅਲ ਹੈਲਥ ਵਿਕਲਪ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ। My first question is to Diabetes Canada. Nice to see you, Russell and Kim. And I really want to say thank you, Diabetes Canada, to work you are doing for Canadians who are living with diabetes. Kim, you know, a few weeks ago, we did a webinar for Canadians living with diabetes. During the webinar, we received many questions and comments from patients about an increased risk of diabetes complication due to COVID-19. They are concerned about different provincial and territorial approach for protecting Canadians living with diabetes, resulting in the health inequities. How can we ensure the efforts to protect Canadians living with diabetes continues given the difficult circumstances? Do you think leveraging virtual care is helping? As Russell mentioned, in long-term care, he receives calls. What is your thought about that? Thank you so much for the question, MP Sidhu. We really appreciate your support for diabetes always. We know that, as I mentioned in my remarks, that diabetes is a disease, as is COVID, that really exploits health inequities. And so responding to COVID, as well as ensuring the health of people with diabetes, will necessitate fundamentally addressing things like food insecurity and job insecurity in a general sense, ensuring that people don't have to choose between taking medication and feeding their children. We know that leveraging things like virtual health in the way that we have the last couple of months out of necessity can make care much more accessible to all Canadians, regardless of where they live, and can help reduce wait times significantly. I had an appointment with my specialist over the phone just recently, and instead of taking, more than an hour, it took 10 minutes and was very, very helpful. And so I think that can be a model for us moving forward. I think fundamentally what we're learning here is that the more we can act in coordination, one province to the other, learn from each other's best practices, leverage data, analyze it, and use it to make decisions about healthcare, the better that healthcare will be and the better that the health outcomes will be for Canadians. And those, as you know, are all behind our Diabetes 360 nationwide strategy. ਕੈਨੇਡਾ ਭਰ ਵਿੱਚ ਫਰੰਟ ਲਾਈਨ ਵਰਕਰਸ ਕੋਵਿਡ-19 ਦੇ ਵਿਰੁੱਧ ਲੜਾਈ ਲੜ ਰਹੇ ਨੇ। ਬ੍ਰੈਂਪਟਨ ਦੇ ਐਮਿਕਾ ਪੀਲ ਵਿਲੇਜ ਸੀਨੀਅਰ ਲਿਵਿੰਗ ਹੋਮ ਵਿਖੇ ਕੰਮ ਕਰਨ ਵਾਲੀ ਸਟਾਫ ਦੀ ਹੌਸਲਾ ਅਫਜਾਈ ਸਿਟੀ ਵੱਲੋਂ ਕੀਤੀ ਗਈ। ਇਸ ਮੌਕੇ ਆਮ ਲੋਕ ਵੀ ਫਰੰਟ ਲਾਈਨ ਵਰਕਰਾਂ ਨੂੰ ਧੰਨਵਾਦ ਕਰਨ ਲਈ ਪਹੁੰਚੇ। ਇਹਨਾਂ ਹੱਥਾਂ ਵਿੱਚ ਬੋਰਡ ਫੜ ਕੇ ਡਾਂਸ ਕਰਕੇ ਸ਼ੁਕਰੀਆ ਅਦਾ ਕੀਤਾ। ਇਸ ਮੌਕੇ ਫਰੰਟ ਲਾਈਨ ਵਰਕਰ ਵੀ ਉਹਨਾਂ ਨਾਲ ਆ ਕੇ ਸ਼ਾਮਲ ਹੋਏ, ਜਿਸ ਨਾਲ ਇਹ ਇੱਕ ਇਵੈਂਟ ਦਾ ਰੂਪ ਧਾਰਨ ਕਰ ਗਿਆ। ਸੀਨੀਅਰਸ ਵੱਲੋਂ ਆਪਣੇ ਕਮਰਿਆਂ ਦੀਆਂ ਬਾਲਕੋਨੀਆਂ ਵਿੱਚ ਖੜ ਕੇ ਇਸ ਪਲ ਦਾ ਆਨੰਦ ਮਾਣਿਆ ਗਿਆ। Today we're celebrating our frontline workers. They've been so incredibly hardworking and steadfast, and they're really the reason that we've remained COVID-free through this whole process. And so today we just want to celebrate all their hard efforts and their dedication, because they're really the most incredible team, so we're so blessed to work with them. Well, it's amazing being a resident here, and they're doing a phenomenal job taking care of us. I think it's amazing that no one on the staff, none of our residents have contacted
the virus at all. And they're so thorough, so careful. So we've seen a lot of just a lot of perseverance, happy attitudes, cheering of the residents to keep them going. There's been a lot of morphing into new roles as we've taken on new protocols, and the team has really just jumped in without any question and been there, to support the residents with no questions asked through the whole process. So the residents really appreciate it. In fact, if you walk around our property, we have started pinwheels for Peel, and there's little notes from the residents cheering on the team here and thanking them for all their hard work and dedication. So it's been a really great run. Really great to see how supportive they are of the community. ਮਿਸੀਸਾਗਾ ਮਾਲਟਨ ਤੋਂ ਐਮਪੀਪੀ ਦੀਪਕ ਆਨੰਦ ਵੱਲੋਂ ਲਗਾਤਾਰ ਹੀ ਆਪਣੀ ਰਾਈਡਿੰਗ ਦੇ ਲੋਕਾਂ ਦੀ ਸਹਾਇਤਾ ਦੇ ਨਾਲ ਲੋੜਵੰਦਾਂ ਤੱਕ ਖਾਣਾ ਪਹੁੰਚਾਇਆ ਜਾ ਰਿਹਾ ਹੈ। ਪੁਲਿਸ ਵੀਕ ਦੇ ਅੰਤ ਵਿੱਚ ਆਨੰਦ ਪੁਲਿਸ ਫੋਰਸ ਦਾ ਧੰਨਵਾਦ ਕਰਨ ਦੇ ਲਈ ਅਤੇ ਉਹਨਾਂ ਦੀ ਹੌਸਲਾ ਅਫਜ਼ਾਈ ਕਰਨ ਲਈ ਪਹੁੰਚੇ, ਜਿੱਥੇ ਸੈਲਿਡ ਬਾਕਸ ਵੀ ਪੁਲਿਸ ਫੋਰਸ ਨੂੰ ਦਿੱਤੇ ਗਏ। As the Police Appreciation Week comes to an end, what a wonderful to be here at Division 12 and salute and celebrate those working hard for others. So I'm with Raj Ring from Division 12. Raj, what's your message to the community? Well, we'd like to thank everybody for all their support throughout this crisis that we've been facing. But together, we've been able to get through a lot of milestones, and together we will finish off this group. And we'd like to thank yourself, the MPPs, and everybody else that has supported us throughout the month and for the coming months as well. So thank you. It's always a pleasure to have you here. And talking about Ontario Speed, I want to say thank you to Saidam for bringing the salad boxes for our frontline heroes and the people who serve the community. So thank you, Saidam. This Ontario Spirit is really truly appreciated. Thank you so much. ਮਿਸੀਸਾਗਾ ਦੀ ਮੇਅਰ ਬੋਨੀ ਕ੍ਰੋਮਬੀ ਨੇ ਕਿਹਾ ਹੈ ਕਿ ਕੋਵਿਡ-19 ਡੈਡਲੀ ਵਾਇਰਸ ਹੈ, ਜਿਸ ਨੂੰ ਸਭ ਨੇ ਇਕਜੁੱਟ ਹੋ ਕੇ ਰੋਕਿਆ ਹੈ, ਪਰ ਫਿਲਹਾਲ GTA ਵਿੱਚ ਕੇਸ ਰਾਈਜ਼ ਹੀ ਹੋ ਰਹੇ ਨੇ। ਉਹਨਾਂ ਕਿਹਾ ਹੈ ਕਿ ਜ਼ਰੂਰੀ ਹੈ ਕਿ ਸਾਵਧਾਨੀ ਵਰਤ ਕੇ ਅਰਥਚਾਰਾ ਹੌਲੀ-ਹੌਲੀ ਖੋਲ੍ਹਿਆ ਜਾਵੇ। ਕ੍ਰੋਮਬੀ ਨੇ ਸਾਫ਼ ਕੀਤਾ ਕਿ ਸੈਕਿੰਡ ਵੇਵ ਸਾਡਾ ਅਰਥਚਾਰਾ ਚੱਲ ਨਹੀਂ ਸਕੇਗਾ, ਸੋ ਇਸ ਲਈ ਜ਼ਰੂਰੀ ਹੈ ਕਿ ਅਸੀਂ ਸਾਵਧਾਨੀ ਨਾਲ ਹਦਾਇਤਾਂ ਦੀ ਪਾਲਣਾ ਕਰਕੇ ਅੱਗੇ ਵਧੀਏ। I thought we should take a moment to remember the facts about COVID-19. As restrictions are eased and we begin to slowly reopen the economy, we need to remember what we're dealing with. COVID-19 is 10 times more contagious than the flu. It's also deadlier than the flu because we've never seen it before. We also know that it can sometimes be transmitted from people who are asymptomatic or who aren't exhibiting symptoms, and that some people may have only mild symptoms and not know that they have COVID or that they're transmitting it. We also know that for those at any age who do catch it, the results can be fatal, but especially for our seniors or those with underlying medical conditions. That makes it a serious virus. We closed much of our community in March and in April and May to save lives and protect patients and our frontline healthcare workers. We've managed to avoid a crisis like in New York, Spain, Italy, or China, and our healthcare heroes are just getting back on their feet after fighting round one. They still need time to prepare for the fight. And that's why I must be clear, we're far from beating this virus. Our success to date is because we've stayed home and we slowed the spread. But despite everything, our numbers continue to rise. We could still see a spike if we opened too fast. Our federal and provincial models tell us that the results could be catastrophic, with many more people falling ill, sick, or dying. So let's not forget what's at stake. Until we have reliable vaccines, COVID will be part of our lives, and we will have to take precautions. Let's remember why we took these measures in the first place. And even though we're beginning to reopen, let's do it right. Let's do it slowly. Nobody wants to have to shut down again. Our economy can't take a large second wave. Our fight is far from over, but we've made great progress together. And let's keep it up. Thank you for doing your part to stay apart and to stay home and to stay healthy. ਕੈਨੇਡਾ ਵਿੱਚ ਕੋਰੋਨਾ ਸੰਕਟ ਦੌਰਾਨ ਮਦਦ ਲਈ ਗੁਰਦੁਆਰਾ ਸਿੰਘ ਸਭਾ ਐਡਮਿੰਟਨ ਵਿਖੇ ਵਿਸ਼ੇਸ਼ ਉਪਰਾਲਾ ਕੀਤਾ ਗਿਆ, ਜਿਸ ਦੇ ਤਹਿਤ ਸਿੱਖ ਫੈਡਰੇਸ਼ਨ ਆਫ ਐਡਮਿੰਟਨ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ $50,000 ਦੇ ਚੈੱਕ ਚੈਰੀਟੇਬਲ ਸੰਸਥਾਵਾਂ ਨੂੰ ਦਿੱਤੇ ਗਏ ਨੇ। ਪੇਸ਼ ਹੈ ਸਾਡੀ ਇੱਕ ਖਾਸ ਰਿਪੋਰਟ। ਦੁਨੀਆ ਭਰ ਵਿੱਚ ਕੋਵਿਡ-19 ਦੇ ਸੰਕਟ ਦੇ ਸਮੇਂ ਵੱਖ-ਵੱਖ ਸਿੱਖ ਸੰਸਥਾਵਾਂ ਮਦਦ ਲਈ ਅੱਗੇ ਆ ਰਹੀਆਂ ਨੇ। ਇਸੇ ਲੜੀ ਤਹਿਤ ਹੀ ਗੁਰਦੁਆਰਾ ਸਿੰਘ ਸਭਾ ਐਡਮਿੰਟਨ ਵਿਖੇ ਸਿੱਖ ਫੈਡਰੇਸ਼ਨ ਆਫ ਐਡਮਿੰਟਨ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ
$50,000 ਚੈਰੀਟੇਬਲ ਸੰਸਥਾਵਾਂ ਨੂੰ ਦਿੱਤੇ ਗਏ। ਸੰਸਥਾ ਵੱਲੋਂ $25,000 ਦਾ ਚੈੱਕ ਯੂਨੀਵਰਸਿਟੀ ਹਸਪੀਟਲ ਯੂਨੀਵਰਸਿਟੀ ਆਫ ਐਲਬਰਟਾ ਫਾਊਂਡੇਸ਼ਨ ਨੂੰ ਦਿੱਤਾ ਗਿਆ ਤੇ $25,000 ਦਾ ਚੈੱਕ ਕੋਨੈਂਟ ਹੈਲਥ ਕੇਅਰ ਨੂੰ ਦਿੱਤਾ ਗਿਆ। ਇਨ੍ਹਾਂ ਸੰਸਥਾਵਾਂ ਨੂੰ ਦਿੱਤੀ ਗਈ ਇਹ ਸਹਾਇਤਾ ਰਾਸ਼ੀ ਕੋਵਿਡ ਦੇ ਖਿਲਾਫ ਜੰਗ ਲਈ ਦਿੱਤਾ ਯੋਗਦਾਨ ਹੈ। ਮੇਰਾ ਨਾਮ ਸੀਤਲ ਸਿੰਘ ਨਨੂਆ ਹੈ। ਮੈਂ ਸਿੱਖ ਫੈਡਰੇਸ਼ਨ ਆਫ ਐਡਮੰਟਨ ਦਾ ਮੁੱਖ ਸੇਵਾਦਾਰ ਹਾਂ ਤੇ ਅਸੀਂ ਇਹ ਡੋਨੇਸ਼ਨ ਦਾ ਕੰਮ ਤਕਰੀਬਨ ਇਹ 1 ਮਹੀਨਾ ਪਹਿਲਾਂ ਸ਼ੁਰੂ ਕੀਤਾ ਸੀਗਾ ਤੇ ਜਦੋਂ ਕਿ ਇਹ ਕੋਵਿਡ-19 ਦੀ ਮਹਾਮਾਰੀ ਦੀ ਬਹੁਤੀ ਜ਼ਿਆਦਾ ਦੁਹਾਈ ਪੈਣੀ ਸ਼ੁਰੂ ਹੋਈ ਤਾਂ ਉਸ ਵੇਲੇ ਇਹ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਕਿ ਆਪਣੇ ਕੋਲ PPE ਦਾ ਸਮਾਨ ਜਿਹੜਾ ਹੈਗਾ ਕਈਆਂ ਹਸਪਤਾਲਾਂ ਦੇ ਵਿੱਚ ਉਹ ਘੱਟ ਹੈਗਾ ਤੇ ਜਿਸ ਕਰਕੇ ਅਸੀਂ ਇਹ ਕੰਮ ਇਹ ਸ਼ੁਰੂ ਕੀਤਾ ਸੀ। ਯੂਨੀਵਰਸਿਟੀ ਹਸਪੀਟਲ ਫਾਊਂਡੇਸ਼ਨ ਤੇ ਦੂਜੀ ਕੋਵਨੈਂਟ ਹੈਲਥ, ਇਸ ਕਰਕੇ ਅਸੀਂ ਇਹ ਦੋਨੋਂ ਫਾਊਂਡੇਸ਼ਨ ਨੂੰ ਇਹ ਪੈਸੇ ਦੇ ਰਹੇ ਹਾਂ ਤੇ ਕੋਵਨੈਂਟ ਹੈਲਥ ਜੋ ਹੈ ਇਹ ਗ੍ਰੇਨਨਜ਼ ਤੇ ਉਧਰੋਂ ਮਿਸਰਕੋਡੀਆ ਹਸਪੀਟਲ ਦੀ ਮੈਨੇਜਮੈਂਟ ਕਰਦੀ ਹੈ ਤੇ ਉਮੀਦ ਹੈ ਕਿ ਸਾਰੇ ਪੈਸੇ ਇਹ ਜਿਹੜੇ ਹੈਗੇ ਉਹ ਚੰਗੇ ਕੰਮਾਂ ਵਾਸਤੇ ਯੂਜ਼ ਕੀਤੇ ਜਾਣਗੇ। ਇਸ ਮੌਕੇ ਸੰਸਥਾ ਦੇ ਸੀਨੀਅਰ ਮੈਂਬਰ ਸਰਦਾਰ ਰਣਜੀਤ ਸਿੰਘ ਪਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖ ਫੈਡਰੇਸ਼ਨ ਆਫ ਐਡਮਿੰਟਨ ਵੱਲੋਂ ਸਮੇਂ-ਸਮੇਂ ਸਿਰ ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਕੀਤੀਆਂ ਜਾਂਦੀਆਂ ਨੇ ਅਤੇ ਨੌਜਵਾਨ ਬੱਚਿਆਂ ਨੂੰ ਹੌਸਲਾ ਅਫਜ਼ਾਈ ਲਈ ਇਨਾਮ ਅਤੇ ਸਕਾਲਰਸ਼ਿਪਸ ਵੀ ਦਿੱਤੀਆਂ ਜਾਂਦੀਆਂ ਨੇ ਅਤੇ ਹੁਣ ਇਸ ਸੰਕਟ ਦੇ ਸਮੇਂ ਵਿੱਚ ਵੱਖ-ਵੱਖ ਸੰਸਥਾਵਾਂ ਨੂੰ ਵਿੱਤੀ ਮਦਦ ਦੇ ਕੇ ਪੂਰੀ ਮਨੁੱਖਤਾ ਨੂੰ ਇਸ ਸੰਕਟ ਵਿੱਚੋਂ ਬਾਹਰਨ ਦਾ ਯਤਨ ਕੀਤਾ ਜਾ ਰਿਹਾ ਹੈ। ਮੈਂ ਰਣਜੀਤ ਸਿੰਘ ਪਵਾਰ, ਸੇਵਾਦਾਰ ਸਿੱਖ ਫੈਡਰੇਸ਼ਨ ਆਫ ਐਡਮਿੰਟਨ ਤੋਂ। ਸਿੱਖ ਫੈਡਰੇਸ਼ਨ ਆਫ ਐਡਮਿੰਟਨ 35 ਸਾਲ ਤੋਂ ਐਡਮਿੰਟਨ ਦੇ ਵਿੱਚ ਕਮਿਊਨਿਟੀ ਦੀਆਂ ਸੇਵਾਵਾਂ ਕਰ ਰਹੀ ਹੈ, ਜਿਸ ਹਰੇਕ ਸਾਲ ਵਿੱਚ ਬੱਚਿਆਂ ਦੇ ਪ੍ਰੋਗਰਾਮ ਕਰਾਉਂਦੀ ਆ, ਜਿਸ ਵਿੱਚ ਬੱਚੇ ਜੋ ਪੜ੍ਹਾਈ ਦੇ ਵਿੱਚੋਂ ਅੱਵਲ, ਖੇਡਾਂ ਦੇ ਵਿੱਚੋਂ ਅੱਵਲ, ਉਹਨਾਂ ਨੂੰ ਸਨਮਾਨਿਤ ਕਰਦੀ ਆ। ਇਸ ਤਰ੍ਹਾਂ ਹੀ ਬਜ਼ੁਰਗਾਂ ਦੀਆਂ ਗੇਮਾਂ ਕਰਾਉਂਦੇ ਆ। ਹਰੇਕ ਸਾਲ ਕਲਚਰ ਪ੍ਰੋਗਰਾਮ ਕਰਾਇਆ ਜਾਂਦਾ ਤੇ ਨਾਲ ਹੀ ਜੁਬਲੀ ਦੇ ਵਿੱਚ ਮਈ ਦੇ ਵਿੱਚ ਵਿਸਾਖੀ ਨੂੰ ਸੰਬੰਧਿਤ ਪ੍ਰੋਗਰਾਮ ਕਰਾਇਆ ਜਾਂਦਾ, ਜਿਸ ਵਿੱਚ ਸਾਰਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਜੋ 80% ਤੋਂ ਉੱਪਰ ਬੱਚੇ ਨੰਬਰ ਲੈਂਦੇ ਸਟੱਡੀ ਦੇ ਵਿੱਚ ਤੇ ਗੇਮਾਂ ਦੇ ਵਿੱਚ। ਹੁਣ ਸਿੱਖ ਫੈਡਰੇਸ਼ਨ ਐਡਮਿੰਟਨ ਵੱਲੋਂ ਕਮਿਊਨਿਟੀ ਦੇ ਸਹਿਯੋਗ ਨਾਲ $50,000 ਡੋਨੇਸ਼ਨ ਦਿੱਤੀ ਜਾਂਦੀ ਹੈ ਮਿਸਰਕੋਡੀਆ ਹਸਪੀਟਲ ਤੇ ਗ੍ਰੇਨਲੈਂਡ ਹਸਪੀਟਲ ਨੂੰ, ਸਿਰਫ ਕੋਵਿਡ-19 ਦੇ ਸੰਬੰਧ ਵਿੱਚ ਜਿਹੜੇ ਫਰੰਟ ਤੇ ਕੰਮ ਕਰ ਰਹੇ ਹੈ ਐਮਪਲਾਈ, ਉਹਨਾਂ ਦੇ ਸੰਬੰਧ ਵਿੱਚ ਜੋ ਵੀ ਉਹਨੇ ਆਪਣਾ ਸਮਾਨ ਲੈਣਾ ਹੈ ਉਹ ਲੈ ਸਕਣ। ਇਸ ਕਰਕੇ $50,000 ਦਾ ਡੋਨੇਸ਼ਨ ਦੇ ਰਹੀ ਹੈ ਸਿੱਖ ਫੈਡਰੇਸ਼ਨ ਆਫ ਐਡਮਿੰਟਨ ਕਮਿਊਨਿਟੀ ਦੇ ਸਹਿਯੋਗ ਨਾਲ। My name is Tracy Sopko. I'm the CEO of Covenant Foundation. On behalf of the foundation and on behalf of all of the frontline healthcare workers who are responding to this pandemic, we just want to express our sincere appreciation to the Sikh Federation of Edmonton for this generous donation to our COVID response fund. It's really going to go a long way in helping us identify and respond to what those immediate needs are. And a lot of those are in the equipment area. We're finding that the hospitals are needing additional supplies in the area of equipment such as medication carts and some transportation ventilators to move patients from ICU into surgical units and moving forward. Things like medication carts so that they can securely lock medications and have them non-accessible to patients. And then on the softer side of things, noise cancelling headphones for patients who are spending more and more time isolated and having to deal with the noise around them. So this donation will go a long way, and certainly want to express our sincere appreciation and for hosting us on a beautiful day like today. So on behalf of the University Hospital Foundation, I want to say a big thank you for this generous support. It's very kind of you for the Sikh Federation of Edmonton to make this generous donation to support our frontline health workers. We are all aware of the devastation of COVID-19 in our community, and so to have the Federation come out and support our health workers in terms of getting equipment, making sure that patients that are brought into the hospital are well taken care of. We are so grateful. Thank you so much. ਸਿੱਖ ਫੈਡਰੇਸ਼ਨ ਐਡਮਿੰਟਨ ਵੱਲੋਂ ਅੱਜ $25,000 ਕੋਵਿਡ ਹੈਲਥ ਕੇਅਰ ਅਤੇ $25,000 ਯੂਨੀਵਰਸਿਟੀ ਆਫ ਐਲਬਰਟਾ ਦੇ ਹਸਪੀਟਲ ਨੂੰ ਜਿਹੜਾ ਹੈ ਡੋਨੇਸ਼ਨ ਦਿੱਤੀ ਗਈ ਹੈ।
ਜਿਸ ਦੇ ਵਿੱਚ COVID-19 ਦੇ ਲਈ ਜੋ ਰਿਕੁਆਇਰਡ ਵਸਤਾਂ ਨੇ ਉਹ ਜੋ ਹਨ ਉਹ ਖਰੀਦ ਸਕਣ ਤੇ ਆਪਣੇ ਸਟਾਫ ਨੂੰ ਤੇ ਪੇਸ਼ੈਂਟਸ ਨੂੰ ਮੁਹੱਈਆ ਕਰਾ ਸਕਣ। ਮੈਂ ਹਰਪ੍ਰੀਤ ਸਿੰਘ ਦਰਦੀ ਐਡਮਿੰਟਨ ਤੋਂ, ਮੇਰੇ ਨਾਲ ਕੈਮਰੇ ਤੇ ਨੇ ਸਰਦਾਰ ਅੰਗਰੇਜ਼ ਸਿੰਘ ਜੀ। ਚੜ੍ਹਦੀ ਕਲਾ ਟਾਈਮ ਟੀਵੀ ਲਈ ਐਡਮਿੰਟਨ ਤੋਂ ਹਰਪ੍ਰੀਤ ਸਿੰਘ ਦਰਦੀ ਦੀ ਰਿਪੋਰਟ। ਤੇ ਵੱਧਦੇ ਅਮਰੀਕਾ ਦੀਆਂ ਖਬਰਾਂ ਵੱਲ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਉਹਨਾਂ ਦੀ ਗੱਲ ਹੋਈ ਹੈ ਅਤੇ ਹੁਣ ਅਮਰੀਕਾ ਕਾਫੀ ਵੈਂਟੀਲੇਟਰ ਭਾਰਤ ਨੂੰ ਭੇਜਣ ਜਾ ਰਿਹਾ ਹੈ ਅਤੇ ਇਸ ਪ੍ਰਕਾਰ COVID-19 ਦੀ ਇਸ ਜੰਗ ਵਿੱਚ ਭਾਰਤ ਅਤੇ ਅਮਰੀਕਾ ਆਪਸੀ ਸਹਿਯੋਗ ਨਾਲ ਕੰਮ ਕਰ ਰਹੇ ਨੇ। We're sending a lot of ventilators to India. I spoke to Prime Minister Modi and we're sending quite a few ventilators to India. We have a tremendous supply of ventilators. ਬੀਤੇ 24 ਘੰਟਿਆਂ ਵਿੱਚ ਅਮਰੀਕਾ ਵਿੱਚ ਕੋਰੋਨਾ ਦੇ ਕਾਰਨ 820 ਲੋਕਾਂ ਦੀ ਮੌਤ ਹੋਈ ਹੈ। ਪਿਛਲੇ ਕੁਝ ਸਮੇਂ ਵਿੱਚ ਇੱਕ ਦਿਨ ਵਿੱਚ ਹੋਈਆਂ ਮੌਤਾਂ ਦੇ ਸਭ ਤੋਂ ਘੱਟ ਅੰਕੜਿਆਂ ਵਿੱਚੋਂ ਇਹ ਇੱਕ ਹੈ। ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਅਮਰੀਕਾ ਵਿੱਚ ਵੀ ਕੋਰੋਨਾ ਵਾਇਰਸ ਦਾ ਖਤਰਾ ਘਟਣ ਲੱਗ ਜਾਵੇਗਾ। ਅਮਰੀਕਾ ਨੇ ਹੁਣ ਤੱਕ 1 ਕਰੋੜ ਲੋਕਾਂ ਦਾ ਕੋਰੋਨਾ ਟੈਸਟ ਕਰ ਲਿਆ ਹੈ, ਜਿਨ੍ਹਾਂ ਵਿੱਚੋਂ ਲਗਭਗ 14 ਲੱਖ ਲੋਕ ਕੋਰੋਨਾ ਪੋਜ਼ਿਟਿਵ ਪਾਏ ਗਏ ਨੇ। ਅਮਰੀਕਾ ਵਿੱਚ ਪੀੜਤਾਂ ਦੀ ਗਿਣਤੀ ਇਸ ਲਈ ਜ਼ਿਆਦਾ ਹੈ ਕਿਉਂਕਿ ਕਿਸੇ ਵੀ ਦੇਸ਼ ਨਾਲੋਂ ਵੱਧ ਅਮਰੀਕਾ ਵਿੱਚ ਹੀ ਕੋਰੋਨਾ ਦੇ ਟੈਸਟ ਕੀਤੇ ਗਏ ਨੇ। ਇੱਥੇ ਹੁਣ ਤੱਕ 2.5 ਲੱਖ ਤੋਂ ਵੱਧ ਲੋਕ ਕੋਰੋਨਾ ਨੂੰ ਮਾਤ ਵੀ ਦੇ ਚੁੱਕੇ ਨੇ। ਅਮਰੀਕਾ ਵਿੱਚ ਮੌਤਾਂ ਦੀ ਗਿਣਤੀ ਦੀ ਜੇ ਗੱਲ ਕਰੀਏ ਤਾਂ 90,000 ਦੇ ਕਰੀਬ ਮੌਤਾਂ ਹੋ ਚੁੱਕੀਆਂ ਨੇ। ਅਮਰੀਕਾ ਵਿੱਚ ਮੌਤਾਂ ਦਾ ਅੰਕੜਾ 90,980 ਹੈ ਤੇ ਪੀੜਤਾਂ ਦੀ ਗਿਣਤੀ 15,27,951 ਹੈ। ਜ਼ਿਕਰਯੋਗ ਹੈ ਕਿ ਇਕੱਲੇ ਨਿਊਯਾਰਕ ਦੀ ਜੇ ਅਸੀਂ ਗੱਲ ਕਰੀਏ ਤਾਂ ਕੋਰੋਨਾ ਦੇ 3 ਲੱਖ ਤੋਂ ਵੱਧ ਮਾਮਲਿਆਂ ਦੀ ਇੱਥੇ ਪੁਸ਼ਟੀ ਹੋਈ ਹੈ, ਜਦੋਂ ਕਿ 28,000 ਤੋਂ ਵੱਧ ਲੋਕਾਂ ਦੀ ਇੱਥੇ ਮੌਤ ਹੋ ਚੁੱਕੀ ਹੈ। ਨਿਊ ਜਰਸੀ ਵਿੱਚ ਹੁਣ ਤੱਕ ਕੋਰੋਨਾ ਇਨਫੈਕਟਡਾਂ ਦੇ 1 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਨੇ, ਜਦੋਂ ਕਿ ਇਸ ਮਹਾਮਾਰੀ ਦੇ ਨਾਲ 10,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਦੇ ਉੱਤਰੀ ਕੈਰੋਲੀਨਾ ਤੱਟ ਦੇ ਕੋਲ ਤੂਫਾਨ ਆਰਥਰ ਪਹੁੰਚ ਗਿਆ। ਅਮਰੀਕਾ ਦੇ ਮਿਆਮੀ ਸਥਿਤ ਰਾਸ਼ਟਰੀ ਤੂਫਾਨ ਕੇਂਦਰ ਨੇ ਉੱਤਰੀ ਕੈਰੋਲੀਨਾ ਦੇ ਬਾਹਰੀ ਤੱਟ ਤੇ ਆਉਣ ਵਾਲੇ ਤੂਫਾਨ ਦੇ ਟਕਰਾਉਣ ਬਾਰੇ ਚੇਤਾਵਨੀ ਜਾਰੀ ਕੀਤੀ। ਸਥਾਨਕ ਸਮੇਂ ਦੇ ਮੁਤਾਬਕ ਰਾਤ ਦੇ ਤਕਰੀਬਨ 8 ਵਜੇ ਤੂਫਾਨ ਦਾ ਕੇਂਦਰ ਉੱਤਰੀ ਕੈਰੋਲੀਨਾ ਦੇ ਕੇਪ ਹੈਟਰਸ ਤੋਂ ਦੱਖਣ ਪੱਛਮ ਵਿੱਚ 260 ਮੀਲ ਦੀ ਦੂਰੀ ਤੇ ਸੀ। ਇਸ ਦੌਰਾਨ 45 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆਂ। ਇਹ 9 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਵਧ ਰਿਹਾ ਹੈ। ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਆਰਥਰ ਉੱਤਰੀ ਕੈਰੋਲੀਨਾ ਦੇ ਤੱਟ ਤੇ ਪਹੁੰਚਣ ਤੋਂ ਪਹਿਲਾਂ ਫਲੋਰੀਡਾ, ਜਾਰਜੀਆ ਤੇ ਦੱਖਣੀ ਕੈਰੋਲੀਨਾ ਦੇ ਤੱਟ ਨਾਲ ਟਕਰਾਵੇਗਾ, ਜਿੱਥੇ ਤੋਂ ਭਾਰੀ ਮੀਂਹ ਪੈ ਸਕਦਾ ਹੈ। ਉੱਤਰੀ ਕੈਰੋਲੀਨਾ ਦੇ ਤੱਟ ਤੇ ਕੁਝ ਹਿੱਸਿਆਂ ਲਈ ਤੂਫਾਨ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਸੀ, ਜਿਸ ਵਿੱਚ ਪਾਮਲਿਕੋ ਅਤੇ ਅਲਬੇਮਾਰਲ ਸਾਊਂਡ ਸਣੇ ਸਰਫ ਸਿਟੀ ਵੀ ਸ਼ਾਮਲ ਨੇ। ਉੱਤਰੀ ਕੈਰੋਲੀਨਾ ਦੇ ਰਾਸ਼ਟਰੀ ਮੌਸਮ ਵਿਭਾਗ ਦੇ ਮੌਸਮ ਵਿਗਿਆਨੀ ਮਾਈਕਲ ਲੀ ਨੇ ਕਿਹਾ ਹੈ ਕਿ ਸਮੁੰਦਰੀ ਤੱਟ ਤੇ ਤੂਫਾਨੀ ਹਵਾਵਾਂ ਚੱਲ ਸਕਦੀਆਂ ਨੇ, ਖਾਸ ਕਰਕੇ ਬਾਹਰੀ ਹਿੱਸੇ ਵਿੱਚ। ਲੀ ਨੇ ਵੀ ਕਿਹਾ ਹੈ ਕਿ ਪੂਰਬੀ ਉੱਤਰੀ ਕੈਰੋਲੀਨਾ ਦੇ ਵੱਡੇ ਹਿੱਸੇ ਵਿੱਚ ਵੀ ਭਾਰੀ ਮੀਂਹ ਪੈ ਸਕਦਾ ਹੈ। ਅਮਰੀਕਾ ਇਸ ਹਫ਼ਤੇ 161 ਭਾਰਤੀਆਂ ਨੂੰ ਡਿਪੋਰਟ ਕਰੇਗਾ, ਜਿਨ੍ਹਾਂ ਵਿੱਚ ਵਧੇਰੇ ਲੋਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਮੈਕਸੀਕੋ ਨਾਲ ਲੱਗਦੀ ਦੱਖਣੀ ਸਰਹੱਦ ਲੰਘ ਕੇ ਅਮਰੀਕਾ ਵਿੱਚ ਦਾਖਲ ਹੋਏ ਸਨ। ਇੱਕ ਚਾਰਟਰ ਜਹਾਜ਼ ਦੇ ਰਾਹੀਂ ਇਹਨਾਂ ਸਭ ਨੂੰ ਅੰਮ੍ਰਿਤਸਰ ਲਿਆਂਦਾ ਜਾਵੇਗਾ। ਡਿਪੋਰਟ ਕੀਤੇ ਜਾਣ ਵਾਲੇ ਲੋਕਾਂ ਵਿੱਚ 76 ਹਰਿਆਣਾ, 56 ਪੰਜਾਬ, 12 ਗੁਜਰਾਤ, 5 ਉੱਤਰ ਪ੍ਰਦੇਸ਼ ਅਤੇ 4 ਮਹਾਰਾਸ਼ਟਰ ਦੇ ਨੇ। ਇਹਨਾਂ ਤੋਂ ਇਲਾਵਾ ਕੇਰਲ, ਤਾਮਿਲਨਾਡੂ ਅਤੇ ਤੇਲੰਗਾਨਾ ਦੇ 2 ਅਤੇ ਆਂਧਰਾ ਪ੍ਰਦੇਸ਼ ਅਤੇ ਗੋਆ ਦਾ 1 ਵਿਅਕਤੀ ਸ਼ਾਮਲ ਹੈ। ਉੱਤਰੀ ਅਮਰੀਕਾ ਪੰਜਾਬੀ ਐਸੋਸੀਏਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਸਤਨਾਮ ਸਿੰਘ ਚਾਲ ਦੇ ਮੁਤਾਬਕ ਇਹ ਲੋਕ ਅਮਰੀਕਾ ਦੀਆਂ 95 ਜੇਲ੍ਹਾਂ ਵਿੱਚ ਬੰਦ 1739 ਭਾਰਤੀਆਂ ਵਿੱਚ ਸ਼ਾਮਲ ਨੇ। ਇਹਨਾਂ ਲੋਕਾਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦਿਆਂ ਫੜਿਆ ਗਿਆ ਸੀ। ਹਿਰਾਸਤ ਵਿੱਚ ਲਏ ਗਏ ਵਧੇਰੇ ਲੋਕਾਂ ਨੇ ਸ਼ਰਨ ਮੰਗੀ ਸੀ ਤੇ ਦਾਅਵਾ ਕੀਤਾ ਸੀ ਕਿ ਉਹਨਾਂ ਨੇ ਆਪਣੇ ਦੇਸ਼ ਵਿੱਚ ਹਿੰਸਾ ਤੇ ਤਸ਼ੱਦਦ ਦਾ ਸਾਹਮਣਾ ਕੀਤਾ ਹੈ। ਅਮਰੀਕੀ ਜੱਜ ਹਾਲਾਂਕਿ ਪਿਛਲੇ ਕਈ ਸਾਲਾਂ ਤੋਂ ਉਹਨਾਂ ਦੀ ਅਪੀਲ ਨੂੰ ਖਾਰਜ ਕਰ ਰਹੇ ਨੇ। ਸਾਲਾਂ ਤੋਂ ਉਹਨਾਂ ਨਾਲ ਕੰਮ ਕਰਨ ਵਾਲੇ ਚਾਹਲ ਨੇ ਦੋਸ਼ ਲਾਇਆ ਹੈ ਕਿ ਉੱਤਰੀ ਭਾਰਤ, ਖਾਸ ਕਰਕੇ ਪੰਜਾਬ ਵਿੱਚ ਮਨੁੱਖੀ ਤਸਕਰ ਅਤੇ ਕੁਝ ਅਧਿਕਾਰੀ ਮਿਲੇ ਹੋਏ ਨੇ ਜੋ ਨੌਜਵਾਨਾਂ ਨੂੰ ਆਪਣੇ ਘਰ ਛੱਡਣ ਅਤੇ ਗੈਰ ਕਾਨੂੰਨੀ ਰੂਪ ਨਾਲ ਅਮਰੀਕਾ ਵਿੱਚ ਦਾਖਲ ਕਰਨ ਲਈ ਭੜਕਾਉਂਦੇ ਰਹਿੰਦੇ ਨੇ। ਇਹ ਦਲਾਲ ਅਤੇ ਏਜੰਟ ਇੱਕ ਵਿਅਕਤੀ ਤੋਂ ਤਕਰੀਬਨ 30 ਤੋਂ 35 ਲੱਖ ਰੁਪਏ ਤੱਕ ਲੈਂਦੇ ਨੇ। ਬਿਆਨ ਵਿੱਚ ਚਾਹਲ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਇਹਨਾਂ ਗਲਤ ਏਜੰਟਾਂ ਦੇ ਖਿਲਾਫ ਕਦਮ ਚੁੱਕਣ ਦੀ ਅਪੀਲ ਵੀ ਕੀਤੀ ਹੈ। ਅੱਜ ਦੀਆਂ ਨਾਰਥ ਅਮਰੀਕਾ ਨਿਊਜ਼ ਵਿੱਚ ਬਸ ਇੰਨਾ ਹੀ। ਹੁਣ ਤੁਸੀਂ ਮੈਨੂੰ ਮਨਦੀਪ ਕੌਰ ਖਾਲਸਾ ਨੂੰ ਦਿਓ ਆਗਿਆ। ਧੰਨਵਾਦ ਜੀ।